ਕਿਤਾਬ ਸੁਖਨ ਸਨੇਹੀ। ਲੇਖਕ ਡਾਕਟਰ ਨਰਿੰਦਰ ਸਿੰਘ ਕਪੂਰ। ਭਾਗ 7ਵਾਂ। ਭੂਤ ਪ੍ਰੇਤ ਡਾਇਨਾ ਅਤੇ ਚੁੜੇਲਾਂ। ਹਰ ਸਮਾਜ ਦੇ ਡਰ ਭੈ ਵੱਖਰੇ ਵੱਖਰੇ ਹੁੰਦੇ ਹਨ। ਹਰ ਸਮਾਜ ਦੇ ਵਹਿਮ ਭਰਮ ਅਤੇ ਅੰਧ ਵਿਸ਼ਵਾਸ ਵੀ ਵੱਖਰੀ ਭਾਂਤ ਦੇ ਹੁੰਦੇ ਹਨ। ਹਰ ਸਮਾਜ ਵਿੱਚ ਪਾਗਲ ਹੋਣ, ਬਿਮਾਰ ਪੈਣ ਆਦਿ ਦਾ ਢੰਗ ਵੀ ਵੱਖਰਾ ਹੁੰਦਾ ਹੈ। ਹਰ ਸਮਾਜ ਦੇ ਜਿੰਨ, ਭੂਤ ਅਤੇ ਡਾਇਨਾ ਚੁੜੇਲਾਂ ਵੀ ਵੱਖਰੀ ਭਾਂਤ ਦੀਆਂ ਹੁੰਦੀਆਂ ਹਨ। ਸ਼ਹਿਰਾਂ ਵਿੱਚ ਪੜ੍ਹੇ ਲਿਖੇ ਵਿਅਕਤੀਆਂ ਦੇ ਦਿਮਾਗ ਖਰਾਬ ਹੁੰਦੇ ਹਨ। ਪਿੰਡਾਂ ਵਿੱਚ ਅਨਪੜ੍ਹਾਂ ਨੂੰ ਭੂਤ ਚਿੰਬੜਦੇ ਹਨ। ਸੁੰਨੀਆਂ ਥਾਵਾਂ 'ਤੇ ਬੱਚਿਆਂ ਅਤੇ ਇਸਤਰੀਆਂ ਨੂੰ ਡਾਇਨਾ ਅਤੇ ਚੁੜੇਲਾਂ ਘੇਰਦੀਆਂ ਹਨ। ਅਜਿਹੇ ਰੋਗਾਂ ਦੇ ਇਲਾਜ ਦਾ ਯਤਨ ਉਹਨਾਂ ਸਮਾਜਾਂ ਵਿੱਚ ਹੀ ਕੀਤਾ ਜਾਂਦਾ ਹੈ ਜਿੱਥੇ ਇਲਾਜ ਉਪਰੰਤ ਵਿਅਕਤੀ ਨੂੰ ਮੁੜ ਸਵੀਕਾਰ ਕਰਨ ਦਾ ਰਿਵਾਜ ਹੈ। ਬਿਮਾਰਾਂ ਅਤੇ ਪਾਗਲਾਂ ਦੇ ਵੀ ਹੱਕ ਹੁੰਦੇ ਹਨ ਅਤੇ ਸਮਾਜ ਵਿੱਚ ਮੁੜ ਬਹਾਲ ਕੀਤੇ ਜਾਣ ਉਪਰੰਤ ਉਹਨਾਂ ਦੇ ਫਰਜ਼ ਵੀ ਨਿਰਧਾਰਿਤ ਕੀਤੇ ਜਾਂਦੇ ਹਨ। ਸਾਡੇ ਬਹੁਤੇ ਡਰ ਹਨੇਰੇ ਨਾਲ ਜੁੜੇ ਹੁੰਦੇ ਹਨ। ਇਸ ਲਈ ਡਰਿਆ ਹੋਇਆ ਵਿਅਕਤੀ ਸਵੇਰ ਨੂੰ ਬੜੀ ਤੀਬਰਤਾ ਨਾਲ ਉਡੀਕਦਾ ਹੈ। ਸੂਰਜ ਦੇ ਡੁੱਬਣ ਨਾਲ ਡਰੇ ਹੋਏ ਅਤੇ ਸਹਿਮੇ ਹੋਏ ਅਜਿਹੇ ਵਿਅਕਤੀਆਂ ਦਾ ਦਿਲ ਵੀ ਡੁੱਬਣ ਲੱਗ ਪੈਂਦਾ ਹੈ। ਜਿੱਥੇ ਬਿਮਾਰਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉੱਥੇ ਵਧੇਰੇ ਲੋਕ ਵਧੇਰੇ ਸਮੇਂ ਲਈ ਬਿਮਾਰ ਪੈਂਦੇ ਹਨ। ਜਿੱਥੇ ਬਿਮਾਰੀਆਂ ਦੀ ਸਮਝ ਨਹੀਂ ਆਉਂਦੀ, ਉੱਥੇ ਰੋਗਾਂ ਜਾਂ ਦੁਰਘਟਨਾਵਾਂ ਦਾ ਕਾਰਨ ਜਿਨ੍ਹਾਂ ਭੂਤਾਂ ਜਾਂ ਚੁੜੇਲਾਂ ਨੂੰ ਮਿਥਿਆ ਜਾਂਦਾ ਹੈ। ਅਨਪੜ੍ਹ ਸਮਾਜਾਂ ਵਿੱਚ ਇਸਤਰੀਆਂ ਉੱਤੇ ਵਧੇਰੇ ਰੋਕਾਂ ਹੋਣ ਕਾਰਨ ਉਸ ਨੂੰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨਪੜ੍ਹਤਾ, ਅਗਿਆਨਤਾ, ਅੰਧ ਵਿਸ਼ਵਾਸ, ਸ਼ੱਕ, ਸਾੜਾ, ਈਰਖਾ, ਜਾਦੂ ਟੂਣਾ, ਵਹਿਮ ਭਰਮ ਆਦਿ ਇੱਕ ਦੂਜੇ ਦੇ ਸੰਯੋਗੀ ਸ਼ਕਤੀਆਂ ਹਨ। ਜਿਨ੍ਹਾਂ ਇਲਾਕਿਆਂ ਅਤੇ ਸਮਾਜਾਂ ਵਿੱਚ ਇਸਤਰੀਆਂ ਪੁਰਸ਼ਾਂ ਵਿਚਲੇ ਕਾਮ ਸੰਬੰਧਾਂ ਉੱਤੇ ਕੜੀਆਂ ਪਾਬੰਦੀਆਂ ਹਨ, ਉੱਥੇ ਅੰਧ ਵਿਸ਼ਵਾਸ ਵਧੇਰੇ ਹੋਣ ਕਾਰਨ ਭੂਤਾਂ, ਪ੍ਰੇਤਾਂ, ਡਾਇਨਾ, ਚੁੜੇਲਾਂ ਦੀ ਮਾਨਤਾ ਵਧੇਰੇ ਹੁੰਦੀ ਹੈ। ਲੋਕਾਂ ਦੀਆਂ ਸਮੱਸਿਆਵਾਂ ਨਵੇਂ ਰੁਜ਼ਗਾਰ ਸਿਰਜਦੀਆਂ ਹਨ। ਜਿੱਥੇ ਜਿੰਨ, ਭੂਤ ਅਤੇ ਡਾਇਨਾ, ਚੁੜੇਲਾਂ ਹੋਣਗੀਆਂ, ਉੱਥੇ ਇਹਨਾਂ ਤੋਂ ਛੁਟਕਾਰਾ ਦਿਵਾਉਣਾ ਕਈਆਂ ਦਾ ਰੁਜ਼ਗਾਰ ਹੋ ਨਿਬੜਦਾ ਹੈ। ਜਿੱਥੇ ਜੀਵਨ ਦਾ ਉਤਸ਼ਾਹ ਨਾ ਹੋਵੇ, ਉੱਥੇ ਮਾਨਸਿਕ ਸੰਤੁਲਨ ਗੁਆਚਣ ਦਾ ਖਤਰਾ ਵਧੇਰੇ ਹੁੰਦਾ ਹੈ। ਜਦੋਂ ਜੀਵਨ ਵਿੱਚ ਸੰਤੁਸ਼ਟਤਾ ਦੀ ਘਾਟ ਹੋਵੇ ਤਾਂ ਲੋਕਾਂ ਵਿੱਚ ਜੁਰਮ ਦੀ ਭਾਵਨਾ ਵੱਧਦੀ ਹੈ ਅਤੇ ਅਜਿਹੇ ਵਿਅਕਤੀਆਂ ਅਤੇ ਦੂਜਿਆਂ ਤੋਂ ਬਦਲਾ ਲੈਣ ਅਤੇ ਉਹਨਾਂ ਦਾ ਨੁਕਸਾਨ ਕਰਨ ਦੀ ਫਿਰਤੀ ਵੀ ਵੱਧਦੀ ਹੈ। ਪਰੰਪਰਾਗਤ ਸਮਾਜ ਵਿੱਚ ਕਿਸੇ ਵੀ ਇਸਤਰੀ ਦਾ ਵਿਆਹ ਨਾ ਹੋਣਾ ਜਾਂ ਨਿਰਸੰਤਾਨ ਹੋਣਾ ਜਾਂ ਬੱਚਿਆਂ ਦਾ ਨਾ ਬਚਣਾ ਜਾਂ ਪੁੱਤਰ ਦਾ ਨਾ ਹੋਣਾ ਅਜਿਹਾ ਕਲੰਕ ਹੈ ਜਿਸ ਤੋਂ ਮੁਕਤ ਹੋਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ। ਕਈ ਵਿਅਕਤੀ ਅਜਿਹੇ ਅਸੰਤੁਸ਼ਟ ਪੁਰਸ਼ਾਂ ਅਤੇ ਇਸਤਰੀਆਂ ਨੂੰ ਆਪਣੇ ਸੁਧਾਰਥ ਅਧੀਨ ਕੁਰਾਹੇ ਪਾਉਂਦੇ ਹਨ ਅਤੇ ਸਮਾਜ ਵਿੱਚ ਅਨੇਕਾਂ ਵਿਗਾੜ ਅਤੇ ਵੈਰ ਵਿਰੋਧ ਬੀਜਦੇ ਹਨ। ਜਦੋਂ ਜੁਰਮ ਦੀ ਭਾਵਨਾ ਭਾਰੂ ਹੋ ਜਾਵੇ ਤਾਂ ਸੋਚ ਅਤੇ ਵਿਚਾਰ ਵਿਗੜ ਜਾਂਦੇ ਹਨ। ਆਪਣੀਆਂ ਸਮੱਸਿਆਵਾਂ ਅਤੇ ਮੁਸੀਬਤਾਂ ਆਦਿ ਦੇ ਕਾਰਨ ਸਪਸ਼ਟ ਨਾ ਹੋਣ ਕਰਕੇ ਅਸੀਂ ਦੂਜਿਆਂ ਨੂੰ ਆਪਣੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਲਈ ਜ਼ਿੰਮੇਦਾਰ ਠਹਿਰਾਉਣ ਲੱਗ ਪੈਂਦੇ ਹਾਂ। ਸੁੰਨੀਆਂ ਹਨੇਰੀਆਂ ਅਤੇ ਉਜਾੜ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਵਿੱਚ ਗੈਬੀ ਸ਼ਕਤੀਆਂ ਨੂੰ ਮੰਨਣ ਦੀ ਫਿਰਤੀ ਵਧੇਰੇ ਹੁੰਦੀ ਹੈ। ਅਜਿਹੀਆਂ ਥਾਵਾਂ 'ਤੇ ਖੇਤੀ ਦੇ ਉਜੜਨ, ਡੰਗਰਾਂ ਦੇ ਮਰਨ ਅਤੇ ਇਸਤਰੀਆਂ ਜਾਂ ਬੱਚਿਆਂ ਦੇ ਬਿਮਾਰ ਪੈਣ ਜਾਂ ਮਰ ਜਾਣ ਦੀ ਜ਼ਿੰਮੇਵਾਰੀ ਕਿਸੇ ਦੋਖੀ ਸ਼ਕਤੀ ਦੇ ਸਿਰ ਮੜਨ ਦੀ ਪ੍ਰਵਿਰਤੀ ਅਧੀਨ ਸਭ ਤੋਂ ਪਹਿਲਾਂ ਧਿਆਨ ਉਹਨਾਂ ਪੁਰਸ਼ਾਂ ਇਸਤਰੀਆਂ ਵੱਲ ਜਾਂਦਾ ਹੈ ਜਿਹੜੇ ਆਪਣੇ ਨੈਣ ਨਕਸ਼ਾਂ ਜਾਂ ਸ਼ਕਲ ਸੂਰਤ ਵੱਲੋਂ ਅਸਾਧਾਰਨ ਅਤੇ ਵਿਹਾਰ ਦੇ ਪੱਖੋਂ ਅਸੰਤੁਸ਼ਟ ਹੁੰਦੇ ਹਨ। ਪੁਰਸ਼ ਆਪਣੀਆਂ ਸਮੱਸਿਆਵਾਂ ਲਈ ਕਿਸੇ ਪੁਰਸ਼ ਨੂੰ ਅਤੇ ਕਿਸੇ ਇਸਤਰੀ ਨੂੰ ਦੋਸ਼ੀ ਠਹਿਰਾਉਂਦੀਆਂ ਹਨ। ਕੋਈ ਝੂੜੀਆਂ ਵਾਲੇ ਚਿਹਰੇ ਵਾਲੀ, ਕਾਲੇ ਰੰਗ ਵਾਲੀ, ਬਾਹਰ ਨਿਕਲੇ ਦੰਦਾਂ ਵਾਲੀ, ਨੀਲੀਆਂ ਭੂਰੀਆਂ ਅੱਖਾਂ ਵਾਲੀ, ਵਿਧਵਾ ਜਾਂ ਬਾਂਝ ਇਸਤਰੀ,
ਦੂਜੀਆਂ ਇਸਤਰੀਆਂ ਦੇ ਸ਼ੱਕ ਦਾ ਕੇਂਦਰ ਬਣਦੀ ਹੈ। ਇਹਨਾਂ ਦਾ ਨਾਂ ਲੈ ਕੇ ਬੱਚਿਆਂ ਨੂੰ ਡਰਾਇਆ ਜਾਂਦਾ ਹੈ। ਮਰੀਜ਼ ਨੂੰ ਇਹਨਾਂ ਕੋਲ ਇਕੱਲਿਆਂ ਨਹੀਂ ਛੱਡਿਆ ਜਾਂਦਾ। ਇਹਨਾਂ ਦੇ ਆਉਣ ਜਾਣ 'ਤੇ ਨਜ਼ਰ ਰੱਖੀ ਜਾਂਦੀ ਹੈ। ਪਰ ਜਦੋਂ ਵੀ ਕੁਝ ਅਣਸੁਖਾਵਾਂ ਵਾਪਰ ਜਾਵੇ ਤਾਂ ਇਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਆਪਣੀਆਂ ਸਮੱਸਿਆਵਾਂ ਲਈ ਆਪਣਿਆਂ ਤੋਂ ਨੀਵਿਆਂ ਨੂੰ ਦੋਸ਼ੀ ਠਹਿਰਾਉਣ ਦੀ ਫਿਰਤੀ ਵਿਸ਼ਵ ਵਿਆਪੀ ਹੈ। ਪਰੰਪਰਾਗਤ ਸਮਾਜਾਂ ਵਿੱਚ ਇਹ ਸਦੀਆਂ ਤੋਂ ਵਾਪਰਦਾ ਆਇਆ ਹੈ। ਨਿਰਸੰਦੇਹ ਇਹ ਮਨੁੱਖੀ ਇਤਿਹਾਸ ਦੇ ਦੁਖਦਾਈ ਪੰਨੇ ਹਨ। ਇਹ ਦੌਰ ਹੁਣ ਮੁੱਕਣਾ ਚਾਹੀਦਾ ਹੈ, ਪਰ ਵਿਗਿਆਨ ਅਤੇ ਤਰਕ ਦੇ ਅਥਾਹ ਵਿਕਾਸ ਦੇ ਬਾਵਜੂਦ ਹਜ਼ਾਰਾਂ ਸਾਲਾਂ ਤੋਂ ਪਾਲੇ ਜਾ ਰਹੇ ਵਹਿਮਾਂ ਭਰਮਾਂ ਦੀ ਪਕੜ ਬੜੀ ਭੀੜੀ ਹੈ। ਵਿਗਿਆਨ ਦੇ ਯੁੱਗ ਵਿੱਚ ਵੀ ਮਨੁੱਖ ਦਾ ਧੁਰ ਅੰਦਰਲਾ ਅੰਧ ਵਿਸ਼ਵਾਸੀ ਹੈ। ਕੋਈ ਸਮਾਂ ਸੀ ਜਦੋਂ ਬਿਮਾਰ ਹੋਣਾ ਨਜ਼ਰ ਲੱਗ ਜਾਣ ਦੇ ਅਰਥਾਂ ਵਿੱਚ ਲਿਆ ਜਾਂਦਾ ਸੀ ਅਤੇ ਇਲਾਜ ਲਈ ਜਾਦੂ ਟੂਣੇ ਦਾ ਸਹਾਰਾ ਲਿਆ ਜਾਂਦਾ ਸੀ। ਹੁਣ ਸਮਾਜ ਵੱਡੇ ਅਤੇ ਜਟਲ ਹੋ ਗਏ ਹਨ। ਇਸੇ ਲਈ ਬਿਮਾਰੀਆਂ ਅਤੇ ਇਲਾਜ ਵੀ ਵਧੇਰੇ ਗੁੰਝਲਦਾਰ ਹੋ ਗਏ ਹਨ। ਵੇਖਿਆ ਗਿਆ ਹੈ ਕਿ ਗਰੀਬ ਟੱਬਰਾਂ ਦੇ ਵਿਅਕਤੀ ਹਸਪਤਾਲਾਂ ਵਿੱਚ ਵਧੇਰੇ ਦਾਖਲ ਹੁੰਦੇ ਹਨ, ਪਰ ਦਵਾਈਆਂ ਵਧੇਰੇ ਅਮੀਰ ਲੋਕ ਖਾਂਦੇ ਹਨ। ਗਰੀਬ ਵਿਅਕਤੀ ਆਪਣੀ ਬਿਮਾਰੀ ਦੇ ਵਧੇਰੇ ਵੇਰਵਾ ਦਿੰਦਾ ਹੈ, ਜਦੋਂ ਕਿ ਅਮੀਰ ਵਿਅਕਤੀ ਜਲਦੀ ਤੋਂ ਜਲਦੀ ਬਿਮਾਰੀ ਨੂੰ ਭੁੱਲ ਜਾਣਾ ਚਾਹੁੰਦਾ ਹੈ। ਸਾਡਾ ਸਮਾਜਿਕ ਰੁਤਬਾ ਸਾਡੇ ਬਿਮਾਰ ਪੈਣ ਅਤੇ ਅਰੋਗ ਹੋਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਗਰੀਬ ਵਿਅਕਤੀ ਨੂੰ ਇਲਾਜ ਤੋਂ ਰਾਹਤ ਨਹੀਂ ਮਿਲਦੀ ਤਾਂ ਉਹ ਜਾਦੂ ਟੂਣੇ ਬਾਰੇ ਸੋਚਦਾ ਹੈ ਅਤੇ ਉਸ ਦਾ ਗੈਵੀ ਸ਼ਕਤੀਆਂ ਵਿੱਚ ਵਿਸ਼ਵਾਸ ਪੱਕਾ ਹੋ ਜਾਂਦਾ ਹੈ। ਉਸ ਵਿੱਚ ਯਤਨ ਨਾਲੋਂ ਕਿਸਮਤ ਵਿੱਚ ਆਸਥਾ ਵਧੇਰੇ ਹੁੰਦੀ ਹੈ। ਪਿੱਛੇ ਜਿਹੇ ਮੇਰੇ ਘਰ ਦੇ ਨੇੜੇ ਇੱਕ ਚੌਰਸਤੇ ਵਿਚਕਾਰ ਨਿੱਕ ਸੁੱਕ ਨਾਲ ਸਰੋਂ ਦੇ ਤੇਲ ਦੀ ਇੱਕ ਭਰੀ ਹੋਈ ਬੋਤਲ ਪਈ ਸੀ। ਇਹ ਸੋਚ ਕੇ ਮੈਂ ਚੁੱਕ ਕੇ ਇੱਕ ਪਾਸੇ ਰੱਖ ਦਿੱਤੀ ਕਿ ਕਿਸੇ ਦੀ ਡਿੱਗ ਪਈ ਹੋਵੇਗੀ। ਅਜਿਹਾ ਕਰਦਾ ਵੇਖ ਮੈਨੂੰ ਵੱਡੀ ਉਮਰ ਦੀ ਇੱਕ ਇਸਤਰੀ ਨੇ ਆਵਾਜ਼ ਦਿੱਤੀ ਕਿ ਇਸ ਨੂੰ ਉੱਥੇ ਹੀ ਰੱਖ ਦਿਓ, ਕਿਉਂਕਿ ਇਹ ਕਿਸੇ ਨੇ ਟੂਣਾ ਕੀਤਾ ਹੋਇਆ ਹੈ। ਨਾ ਚਾਹੁੰਦਿਆਂ ਵੀ ਮੈਂ ਬੋਤਲ ਤਾਂ ਸੜਕ ਦੇ ਵਿਚਕਾਰ ਰੱਖ ਦਿੱਤੀ, ਪਰ ਟੂਣੇ ਦੀ ਵਿਰਤੀ ਨੇ ਮੈਨੂੰ ਬੜਾ ਉਦਾਸ ਕੀਤਾ। ਜਿਸ ਨੇ ਵੀ ਇਹ ਮਹਿੰਗਾ ਟੂਣਾ ਕੀਤਾ ਹੋਵੇਗਾ, ਉਸ ਨੂੰ ਜ਼ਰੂਰ ਕਿਸੇ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ। ਉਹ ਸਮੱਸਿਆ ਉਸ ਨੂੰ ਲੰਮੇ ਅਰਸੇ ਤੋਂ ਪਰੇਸ਼ਾਨ ਕਰ ਰਹੀ ਹੋਵੇਗੀ। ਉਹ ਜ਼ਰੂਰ ਕੋਈ ਅਨਪੜ੍ਹ ਅਤੇ ਅੰਧ ਵਿਸ਼ਵਾਸੀ ਵਿਅਕਤੀ ਹੋਵੇਗਾ। ਉਸ ਨੂੰ ਅਜਿਹਾ ਕਰਨ ਲਈ ਕਿਸੇ ਨੇ ਪ੍ਰੇਰਿਆ ਹੋਵੇਗਾ। ਉਹ ਪ੍ਰੇਰਨਾ ਵਾਲਾ ਵਿਅਕਤੀ ਅਜਿਹੇ ਇਲਾਜ ਦਾ ਮਾਹਰ ਸਮਝਿਆ ਜਾਂਦਾ ਹੋਵੇਗਾ। ਉਸ ਦੀ ਦੱਸ ਕਿਸੇ ਹੋਰ ਨੇ ਪਾਈ ਹੋਵੇਗੀ। ਅਜਿਹਾ ਇਲਾਜ ਦੱਸਣ ਲਈ ਉਸ ਨੇ ਚੰਗੀ ਰਕਮ ਲਈ ਹੋਵੇਗੀ। ਆਖਰ ਉਸ ਮਜਬੂਰ ਵਿਅਕਤੀ ਨੇ ਉਹ ਸੁੰਨਾ ਚੌਰਸਤਾ ਹੀ ਕਿਉਂ ਚੁਣਿਆ? ਸ਼ਾਇਦ ਉਸ ਦੀ ਸਮੱਸਿਆ ਦਾ ਜ਼ਿੰਮੇਵਾਰ ਵਿਅਕਤੀ ਇੱਧਰ ਰਹਿੰਦਾ ਹੋਵੇ। ਸ਼ਾਇਦ ਸਮੱਸਿਆ ਉਸ ਦੀ ਪਤਨੀ ਨਾਲ ਸੰਬੰਧਿਤ ਹੋਵੇ, ਕਿਉਂਕਿ ਆਪਣੀਆਂ ਸਮੱਸਿਆਵਾਂ ਦੇ ਅਜਿਹੇ ਹੱਲ ਅਕਸਰ ਇਸਤਰੀਆਂ ਹੀ ਸੋਚਦੀਆਂ ਕਰਦੀਆਂ ਹਨ। ਭੇਤ ਭਰੇ ਢੰਗ ਨਾਲ ਸਮੱਸਿਆ ਨੂੰ ਸੁਲਝਾਉਣ ਦੀ ਇਸ ਵਿਧੀ ਨੇ ਮੇਰੇ ਮਨ ਵਿੱਚ ਹੋਰ ਵੀ ਅਨੇਕਾਂ ਪ੍ਰਸ਼ਨ ਉਪਜਾਏ। ਤੁਹਾਡੇ ਨਾਲ ਵੀ ਕਦੇ ਅਜਿਹੀ ਘਟਨਾ ਜ਼ਰੂਰ ਵਾਪਰੀ ਹੋਵੇਗੀ। ਸੁੱਤਿਆਂ ਕਿਸੇ ਦੇ ਵਾਲ ਕੱਟੇ ਜਾਣੇ, ਕਿਸੇ ਦੀ ਚੁਗਾਠ 'ਤੇ ਮੇਖ ਠੋਕ ਦੇਣੀ, ਰਾਤ ਨੂੰ ਬੂਹੇ ਅੱਗੇ ਬਲਦਾ ਦੀਵਾ ਰੱਖ ਦੇਣਾ, ਕਿਸੇ ਲੀਰ ਵਿੱਚ ਹਲਦੀ ਅਤੇ ਸੰਧੂਰ ਨਾਲ ਕੁਝ ਪੈਸੇ ਰਾਹ ਵਿੱਚ ਰੱਖ ਦੇਣੇ, ਮੁਰਦੇ ਦੀ ਰਾਖ ਦੁੱਧ ਵਿੱਚ ਘੋਲ ਕੇ ਕਿਸੇ ਨੂੰ ਪਿਲਾ ਦੇਣੀ ਆਦਿ ਅਜਿਹੀਆਂ ਗੱਲਾਂ ਸੰਬੰਧੀ ਹਰ ਕਿਸੇ ਨੂੰ ਕੁਝ ਕਹਾਣੀਆਂ ਦਾ ਪਤਾ ਹੁੰਦਾ ਹੈ। ਹਰ ਗਲੀ ਮੁਹੱਲੇ ਵਿੱਚ ਕੋਈ ਪੁਰਸ਼ ਜਾਂ ਅਜਿਹੀ ਇਸਤਰੀ ਹੁੰਦੀ ਹੈ ਜਿਸ ਦਾ ਜਾਦੂ ਟੂਣਿਆਂ ਵਿੱਚ ਵਧੇਰੇ ਵਿਸ਼ਵਾਸ ਹੁੰਦਾ ਹੈ। ਰਾਤ ਨੂੰ ਕੁਝ ਇਲਾਕਿਆਂ ਜਾਂ ਥਾਵਾਂ ਜਾਂ ਇਮਾਰਤਾਂ ਵਿੱਚ
ਲੋਕ ਇਸ ਲਈ ਨਹੀਂ ਜਾਂਦੇ ਕਿ ਉੱਥੇ ਭੂਤ ਰਹਿੰਦੇ ਹਨ। ਕਿਸੇ ਹਨੇਰੀ ਅਤੇ ਕਾਲੀ ਰਾਤ ਵਿੱਚ ਦਰਵਾਜ਼ੇ ਵਾਰੀਆਂ ਦਾ ਖੜਕਣਾ ਡਾਇਨਾ ਚੁੜੇਲਾਂ ਦਾ ਗਿੱਧਾ ਪ੍ਰਤੀਤ ਹੁੰਦਾ ਹੈ। ਧੁੱਪੇ ਸੜਦੀਆਂ ਛੱਤਾਂ ਉੱਤੇ ਚੱਲਦੀਆਂ ਤੇਜ਼ ਹਵਾਵਾਂ ਦੀਆਂ ਆਵਾਜ਼ਾਂ ਡਾਇਨਾ ਦੀਆਂ ਚੀਕਾਂ ਪ੍ਰਤੀਤ ਹੁੰਦੀਆਂ ਹਨ। ਬੱਚਿਆਂ ਦੇ ਮਨ ਵਿੱਚ ਜਿਹੜੇ ਡਰ ਬਚਪਨ ਵਿੱਚ ਪਾਏ ਜਾਂਦੇ ਹਨ ਉਹ ਸਾਰੀ ਉਮਰ ਨਿਭਦੇ ਹਨ। ਇਵੇਂ ਡਰ, ਵਹਿਮ ਭਰਮ ਅਤੇ ਅੰਧ ਵਿਸ਼ਵਾਸ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹਿੰਦੇ ਹਨ। ਅੰਧ ਵਿਸ਼ਵਾਸਾਂ ਦਾ ਵੀ ਇੱਕ ਆਪਣਾ ਹੀ ਵੱਖਰਾ ਸੰਸਾਰ ਹੈ। ਡਾਇਨਾ ਚੁੜੇਲਾਂ ਅਤੇ ਜਿੰਨਾਂ ਭੂਤਾਂ ਦਾ ਇੱਕ ਸੰਪੂਰਨ ਸਿਲਸਿਲਾ ਹੈ। ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ ਜਿੱਥੇ ਇਹਨਾਂ ਸ਼ਕਤੀਆਂ ਦਾ ਡਰ ਨਹੀਂ। ਯੂਰਪ ਵਿੱਚ ਅਨੇਕਾਂ ਇਮਾਰਤਾਂ ਭੂਤਾਂ ਦੇ ਡੇਰੇ ਹੋਣ ਕਾਰਨ ਖਾਲੀ ਪਈਆਂ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਡਾਇਨਾ ਚੁੜੇਲਾਂ ਸ਼ਮਸ਼ਾਨ ਘਾਟਾਂ ਜਾਂ ਮੜੀਆਂ ਵਿੱਚ ਜੁੜ ਬੈਠਦੀਆਂ ਹਨ ਅਤੇ ਆਪਣੇ ਕਾਰਨਾਮੇ ਸੁਣਾਉਂਦੀਆਂ, ਵਿਉਂਤਾਂ ਬਣਾਉਂਦੀਆਂ ਅਤੇ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਨਵੇਂ ਢੰਗ ਤਰੀਕੇ ਸੁਝਾਉਂਦੀਆਂ ਹਨ। ਉਹ ਸਿਵਿਆਂ ਦੀ ਅੱਗ ਉੱਤੇ ਰਿੰਨ੍ਹਦੀਆਂ, ਪਕਾਉਂਦੀਆਂ ਅਤੇ ਨਵੀਆਂ ਸਾਥਣਾਂ ਨੂੰ ਖਵਾ ਪਿਆ ਕੇ ਉਹਨਾਂ ਨਾਲ ਖਿਲਰੇ ਵਾਲਾਂ ਨਾਲ ਨੱਚਦੀਆਂ ਅਤੇ ਲੰਬੀਆਂ ਬਾਹਾਂ ਚੁੱਕ ਕੇ ਆਵਾਜ਼ਾਂ ਮਾਰਦੀਆਂ ਹਨ। ਰਾਤ ਦੇ ਸੰਨਾਟੇ ਅਤੇ ਹਨੇਰੇ ਵਿੱਚ ਢੋਲ ਅਤੇ ਡਮਰੂ ਅਤੇ ਚੀਜ਼ ਚੰਗਿਆੜੇ ਦੀ ਕਲਪਨਾਇਕ ਆਵਾਜ਼ ਸੁੰਨੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਦੇ ਅੰਦਰਲੇ ਡਰ ਦਾ ਪ੍ਰਗਟਾਵਾ ਨਿਬੜਦੀ ਹੈ। ਇਹਨਾਂ ਤੋਂ ਬਚਣ ਲਈ ਲੋਕ ਰਾਤੀ ਦੀਵਾ ਬੱਤੀ ਬਾਲਦੇ ਹਨ, ਕੋਈ ਧਾਤ ਨੇੜੇ ਰੱਖਦੇ ਹਨ, ਸੋਟੀ ਡਾਂਗ ਦਾ ਸਹਾਰਾ ਲੈਂਦੇ ਹਨ ਅਤੇ ਬੱਚਿਆਂ ਅਤੇ ਇਸਤਰੀਆਂ ਨੂੰ ਬਾਹਰ ਨਿਕਲਣ ਤੋਂ ਰੋਕਦੇ ਹਨ। ਅਜਿਹੀਆਂ ਮਨਘੜਤ ਮਾਰੂ ਸ਼ਕਤੀਆਂ ਤੋਂ ਬਚਾਓ ਲਈ ਮੜੀਆਂ 'ਤੇ ਦੀਵਾ ਬਾਲਣਾ, ਦਾਨ ਕਰਨਾ ਆਦਿ ਅਨੇਕਾਂ ਢੰਗ ਤਰੀਕੇ ਅਪਣਾਏ ਜਾਂਦੇ ਹਨ। ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹਨਾਂ ਮਾਰੂ ਸ਼ਕਤੀਆਂ ਤੋਂ ਸੂਰਜ ਅਤੇ ਚੰਨ ਵੀ ਨਹੀਂ ਬਚ ਸਕਦੇ। ਗ੍ਰਹਿਣ ਅਜਿਹੀਆਂ ਤਾਕਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬੁਰੀ ਨਜ਼ਰ, ਤੇਜ਼ ਨਜ਼ਰ, ਪਰਛਾਵਾਂ, ਹਵਾ ਆਦਿ ਬੁਰੀ ਨੀਅਤ ਵਾਲੇ ਲੋਕਾਂ ਦੀਆਂ ਹਾਨੀ ਪਹੁੰਚਾਉਣ ਵਾਲੀਆਂ ਹੋਰ ਸ਼ਕਤੀਆਂ ਮੰਨੀਆਂ ਗਈਆਂ ਹਨ। ਇਸਤਰੀਆਂ ਸਰੀਰ 'ਤੇ ਉਹਨਾਂ ਥਾਵਾਂ 'ਤੇ ਗਹਿਣੇ ਪਹਿਨਦੀਆਂ ਹਨ ਜਿਨ੍ਹਾਂ ਥਾਵਾਂ 'ਤੇ ਡਾਇਨਾ ਚੁੜੇਲਾਂ ਨਾੜੀ ਦੱਬ ਕੇ ਮਾਰ ਸਕਦੀਆਂ ਹਨ। ਭੂਤਾਂ, ਪ੍ਰੇਤਾਂ ਅਤੇ ਡਾਇਨਾ ਚੁੜੇਲਾਂ ਦੇ ਡਰਾਉਣੇ ਸੰਸਾਰ ਦਾ ਆਪਣਾ ਹੀ ਵੱਖਰਾ ਤਾਣਾ ਬਾਣਾ ਹੈ। ਇਸ ਵਿੱਚ ਸੌਖਿਆਂ ਸ਼ਾਮਲ ਨਹੀਂ ਹੋਇਆ ਜਾ ਸਕਦਾ। ਅਜਿਹੇ ਕੰਮਾਂ ਵਿੱਚ ਰੁੱਝੇ ਪੁਰਸ਼ ਇਸਤਰੀਆਂ ਬੰਦਿਆਂ ਦੇ ਗੁਰਦੇ ਕੱਢ ਕੇ ਪਕਾਉਂਦੇ ਹਨ ਅਤੇ ਖੋਪੜੀਆਂ ਵਿੱਚ ਖਾਂਦੇ ਹਨ। ਉਹ ਤੰਤਰ ਆਧਾਰਿਤ ਮੰਤਰ ਉਚਾਰਦੇ ਹਨ, ਧੂਣੀਆਂ ਬਾਲਦੇ ਹਨ, ਚੇਲਿਆਂ ਨੂੰ ਪਰਪੱਕ ਕਰਨ ਲਈ ਉਹਨਾਂ ਤੋਂ ਕਾਰੇ ਕਰਵਾਉਂਦੇ ਹਨ ਅਤੇ ਜੜੀਆਂ ਬੂਟੀਆਂ ਦੀਆਂ ਗੁੱਝੀਆਂ ਸ਼ਕਤੀਆਂ ਦੱਸਦੇ ਹਨ। ਅਜਿਹੀ ਦੁਨੀਆ ਵਿੱਚ ਕਿਸੇ ਦੀ ਕੁਰਬਾਨੀ ਦੇਣ ਦਾ ਰਿਵਾਜ ਬਹੁਤ ਪੁਰਾਣਾ ਹੈ ਅਤੇ ਬਹੁਤ ਪੱਕਾ ਹੈ। ਕੁਰਬਾਨੀ ਅਕਸਰ ਕਿਸੇ ਸੁਖਨਾ ਦੀ ਪੂਰਤੀ ਹਿੱਤ ਦਿੱਤੀ ਜਾਂਦੀ ਹੈ। ਅਜਿਹੇ ਸਮੇਂ ਢੋਲ ਵਜਾਉਣਾ, ਗਾਉਣਾ, ਨੱਚਣਾ ਅਤੇ ਖਾਣਾ ਪੀਣਾ ਖੁੱਲ੍ਹਾ ਹੁੰਦਾ ਹੈ। ਭੂਤ ਪ੍ਰੇਤਾਂ ਅਤੇ ਡਾਇਨਾ ਚੁੜੇਲਾਂ ਸੰਬੰਧੀ ਅੰਧ ਵਿਸ਼ਵਾਸਾਂ ਨੇ ਸੰਗੀਤ ਨੂੰ ਪ੍ਰਚਲਿਤ ਕਰਨ, ਢੋਲ ਅਤੇ ਡਮਰੂ ਦੀ ਤਾਲ 'ਤੇ ਨੱਚ ਨੂੰ ਉਤਸ਼ਾਹ ਦੇਣ ਅਤੇ ਜੜੀਆਂ ਬੂਟੀਆਂ ਦੀਆਂ ਸ਼ਕਤੀਆਂ ਲੱਭਣ ਦਾ ਕਾਰਜ ਕੀਤਾ ਹੈ। ਪੁਰਾਣੇ ਸਮੇਂ ਵਿੱਚ ਇਲਾਜ ਸੰਗੀਤ ਅਤੇ ਨਾਚ ਨਾਲ ਕੀਤੇ ਜਾਂਦੇ ਹਨ। ਹਰ ਬਿਮਾਰੀ ਲਈ ਵੱਖਰੀ ਭਾਂਤ ਦੇ ਸਾਜ਼ ਤੋਂ ਸੰਗੀਤ ਉਪਜਾਇਆ ਜਾਂਦਾ ਸੀ, ਜਿਸ ਦੀ ਤਾਲ 'ਤੇ ਮਰੀਜ਼ ਵਿਸ਼ੇਸ਼ ਪ੍ਰਕਾਰ ਦੀਆਂ ਹਰਕਤਾਂ ਕਰਦਾ ਸੀ ਅਤੇ ਨੱਚਦਾ ਉਹ ਬੇਸੁੱਧ ਹੋ ਕੇ ਡਿੱਗ ਪੈਂਦਾ ਸੀ ਅਤੇ ਕਈ ਘੰਟੇ ਸੁੱਤਾ ਰਹਿੰਦਾ ਸੀ। ਇਹ ਉਸ ਦੇ ਰੋਗ ਦਾ ਇਲਾਜ ਮੰਨਿਆ ਜਾਂਦਾ ਸੀ। ਸਮਾਜਾਂ ਦੇ ਧਾਰਮਿਕ ਆਧਾਰਿਤ ਹੋਣ ਤੋਂ ਪਹਿਲਾਂ ਜਾਦੂ ਟੂਣਾ ਜੀਵਨ ਦਾ ਇੱਕ ਵਿਆਪਕ ਵਰਤਾਰਾ ਸੀ। ਕਿਸੇ ਵਿਸ਼ੇਸ਼ ਲੱਕੜ ਦਾ ਧੂੰਆਂ ਕਰਕੇ
ਮੰਤਰ ਪੜ੍ਹ ਕੇ ਤਵੀਤ ਦੇਣ ਸਮੇਂ ਕੁਝ ਕਰਨ ਅਤੇ ਕੁਝ ਨਾ ਕਰਨ ਦੇ ਆਦੇਸ਼ ਦਿੱਤੇ ਜਾਂਦੇ ਸਨ। ਜੇ ਅਸਰ ਹੋ ਜਾਂਦਾ ਤਾਂ ਰੋਗੀ ਸੁਖਣਾ ਪੂਰੀ ਕਰਕੇ ਜਾਦੂ ਟੂਣੇ ਵਾਲੇ ਵਿਅਕਤੀ ਦੀ ਮਾਨਤਾ ਵਧਾਉਂਦਾ ਸੀ। ਜੇ ਇਲਾਜ ਨਾ ਹੁੰਦਾ ਤਾਂ ਕਿਹਾ ਜਾਂਦਾ ਸੀ ਕਿ ਮਰੀਜ਼ ਨੇ ਲੋੜੀਂਦਾ ਪਰਹੇਜ਼ ਅਤੇ ਸੰਜਮ ਨਹੀਂ ਵਰਤਿਆ, ਇਸੇ ਲਈ ਤਵੀਤ ਦਾ ਅਸਰ ਨਹੀਂ ਹੋਇਆ। ਭਾਰਤੀ ਧਰਮਾਂ ਵਿੱਚ ਪਰਮਾਤਮਾ ਦੀ ਕੋਈ ਵਿਰੋਧੀ ਸ਼ਕਤੀ ਨਹੀਂ ਮੰਨੀ ਜਾਂਦੀ, ਪਰ ਦੇਵਤਿਆਂ ਦੀਆਂ ਵਿਰੋਧੀ ਸ਼ਕਤੀਆਂ ਨੂੰ ਰਾਖਸ਼ਸ ਕਿਹਾ ਜਾਂਦਾ ਹੈ। ਦੂਜੇ ਪਾਸੇ ਈਸਾਈ ਧਰਮ ਵਿੱਚ ਸ਼ੈਤਾਨ ਨੂੰ ਰੱਬ ਦੀ ਵਿਰੋਧੀ ਸ਼ਕਤੀ ਮੰਨਿਆ ਗਿਆ ਹੈ। ਮੱਧਕਾਲ ਦੇ ਈਸਾਈ ਜਗਤ ਵਿੱਚ ਜਿਨ੍ਹਾਂ ਭੂਤਾਂ ਅਤੇ ਡਾਇਨਾ ਚੁੜੇਲਾਂ ਨੂੰ ਮਾਰ ਮੁਕਾਉਣ ਦੇ ਸਪਸ਼ਟ ਆਦੇਸ਼ ਸਨ ਅਤੇ ਇਹਨਾਂ ਆਦੇਸ਼ਾਂ ਨੂੰ ਪਾਲਣ ਵਾਲਿਆਂ ਨੂੰ ਸਮਕਾਲੀ ਸਰਕਾਰਾਂ ਵੱਲੋਂ ਸਰਪ੍ਰਸਤੀ ਵੀ ਮਿਲਦੀ ਰਹੀ ਹੈ। ਪੱਛਮ ਵਿੱਚ ਡਾਇਨਾ ਚੁੜੇਲਾਂ ਨੂੰ ਖਤਮ ਕਰਨ ਦਾ ਇੱਕ ਲੰਬਾ ਇਤਿਹਾਸ ਹੈ। ਬੁਰੀ ਸੂਰਤ ਅਤੇ ਗੁਸਾਲੇ ਵਿਹਾਰ ਵਾਲੀ ਬਾਂਝ ਇਸਤਰੀਆਂ ਨੂੰ ਚੁੜੇਲਾਂ ਦੱਸ ਕੇ ਅਤੇ ਸੰਤਾਨ ਅਤੇ ਮਾਵਾਂ ਦਾ ਨੁਕਸਾਨ ਕਰਨ ਵਾਲੀਆਂ ਇਸਤਰੀਆਂ ਨੂੰ ਡਾਇਨਾ ਕਹਿ ਕੇ ਉਹਨਾਂ ਨੂੰ ਸਾੜਨ, ਡੁਬੋਣ, ਕਾਲ ਕੋਠੜੀ ਵਿੱਚ ਪਾਉਣ, ਪੁੱਠਾ ਲਟਕਾ ਕੇ ਮਾਰਨ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਪਿਛੜੇ ਇਲਾਕਿਆਂ ਵਿੱਚ ਹੁਣ ਵੀ ਜਦੋਂ ਕਿਸੇ ਪਿੰਡ ਵਿੱਚ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਅਖੌਤੀ ਡਾਇਨਾ ਚੁੜੇਲਾਂ ਦੀ ਸ਼ਾਮਤ ਆ ਜਾਂਦੀ ਹੈ। ਇਹਨਾਂ ਦੇ ਸੱਜੇ ਹੱਥ ਨਾਲ ਖੱਬਾ ਪੈਰ ਅਤੇ ਖੱਬੇ ਹੱਥ ਨਾਲ ਸੱਜਾ ਪੈਰ ਨੂੜ ਕੇ ਕੰਬਲ ਵਿੱਚ ਬੰਨ੍ਹ ਕੇ ਛੱਪੜ ਵਿੱਚ ਸੁੱਟਿਆ ਜਾਣਾ, ਲੋਹੇ ਦੀ ਕੁਰਸੀ 'ਤੇ ਬਿਠਾ ਕੇ ਥੱਲੇ ਅਤੇ ਆਲੇ ਦੁਆਲੇ ਅੱਗ ਬਾਲਣੀ, ਜਮੂਰਾਂ ਅਤੇ ਸਕੰਜਿਆਂ ਨਾਲ ਹੱਥਾਂ ਪੈਰਾਂ ਨੂੰ ਕੱਸਣਾ, ਤਿੱਖੇ ਵਾਲਾਂ ਵਾਲੀ ਕਮੀਜ਼ ਨੂੰ ਸਿਰਕੇ ਵਿੱਚ ਭਿਉਂ ਕੇ ਪਹਿਨਾਉਣਾ ਅਤੇ ਵਾਲਾਂ ਰਾਹੀਂ ਚਮੜੀ ਨੂੰ ਉਧੇੜਨਾ, ਉੱਪਰ ਟੰਗ ਕੇ ਥੱਲੇ ਲੋਹੜੀ ਵਾਲੀ ਅੱਗ ਬਾਲਣੀ, ਲੱਤਾਂ ਬਾਹਾਂ ਨੂੰ ਖਿੱਚ ਕੇ ਹੱਡੀਆਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਅਤੇ ਅਨੇਕਾਂ ਤਸੀਹੇ ਹਨ ਜਿਹੜੇ ਮਜਬੂਰ ਪਰ ਡਾਇਨਾ ਚੁੜੇਲਾਂ ਦੱਸੀਆਂ ਜਾਂਦੀਆਂ ਇਸਤਰੀਆਂ ਨੂੰ ਸਹਿਣੇ ਪਏ ਹਨ। ਮਰ ਜਾਣਾ ਅਜਿਹੀ ਇਸਤਰੀ ਦੀ ਨਿਰਦੋਸ਼ਤਾ ਦਾ ਸਬੂਤ ਮੰਨਿਆ ਜਾਂਦਾ ਸੀ। ਜੋ ਅਜਿਹੀ ਇਸਤਰੀ ਦੇ ਰਿਸ਼ਤੇਦਾਰ ਵੀ ਇਹੀ ਚਾਹੁੰਦੇ ਸਨ ਉਹ ਮਰ ਜਾਵੇ ਅਤੇ ਖਾਨਦਾਨ ਦੀ ਇੱਜ਼ਤ ਬਚ ਜਾਵੇ। ਭੁੱਖੀ ਇਸਤਰੀ ਹੋਰ ਤਰ੍ਹਾਂ ਵੇਖਦੀ ਹੈ ਅਤੇ ਅਜਿਹੀ ਤੱਕਣੀ ਨੂੰ ਚੁੜੇਲ ਤੱਕਣੀ ਕਿਹਾ ਜਾਂਦਾ ਹੈ। ਮੱਧਕਾਲ ਵਿੱਚ ਕਈ ਵਿਅਕਤੀ ਰਾਜੇ ਤੋਂ ਫਰਮਾਨ ਜਾਰੀ ਕਰਵਾ ਕੇ ਡਾਇਨਾ ਚੁੜੇਲਾਂ ਨੂੰ ਮਾਰਨ ਦਾ ਠੇਕਾ ਲੈ ਲੈਂਦੇ ਸਨ ਅਤੇ ਉਹ ਇਸ ਢੰਗ ਨਾਲ ਇਸਤਰੀਆਂ ਨੂੰ ਲੁੱਟਦੇ ਰਹਿੰਦੇ ਸਨ। ਬਦਸੂਰਤ ਹੋਣਾ, ਵਿਧਵਾ ਹੋਣਾ ਅਤੇ ਬਾਂਝ ਹੋਣਾ ਨਿੱਕੇ ਸਮਾਜਾਂ ਵਿੱਚ ਇਸਤਰੀਆਂ ਲਈ ਮੁਸੀਬਤਾਂ ਬਣਦਾ ਰਿਹਾ ਹੈ। ਕਿਸੇ ਦੀਆਂ 6 ਉਂਗਲਾਂ ਹੋਣੀਆਂ ਤਾਂ ਕਿਸੇ ਦੀ ਇੱਕ ਅੱਖ ਖਰਾਬ ਹੋਣੀ ਜਾਂ ਕਿਸੇ ਦਾ ਕੁੱਬ ਨਿਕਲਿਆ ਹੋਣਾ ਉਸ ਨੂੰ ਦੂਜਿਆਂ ਦੀਆਂ ਨਜ਼ਰਾਂ ਵਿੱਚ ਸ਼ੱਕੀ ਬਣਾਉਂਦਾ ਰਿਹਾ। ਅਜਿਹੀਆਂ ਇਸਤਰੀਆਂ ਨੂੰ ਉਦੋਂ ਤੱਕ ਤਸੀਹੇ ਦਿੱਤੇ ਜਾਂਦੇ ਸਨ ਜਦੋਂ ਤੱਕ ਉਹ ਆਪਣਾ ਡਾਇਨ ਹੋਣ ਦਾ ਇਕਬਾਲ ਨਾ ਕਰ ਲੈਂਦੀਆਂ ਸਨ। ਸੰਸਾਰ ਵਿੱਚ ਕੋਈ ਅਜਿਹਾ ਤਸੀਹਾ ਨਹੀਂ ਹੈ ਜਿਹੜਾ ਪੱਛਮ ਵਿੱਚ ਇਹਨਾਂ ਇਸਤਰੀਆਂ ਨੂੰ ਨਹੀਂ ਦਿੱਤਾ ਗਿਆ। ਇਹ ਸਭ ਕੁਝ ਬਾਈਬਲ ਦੇ ਆਦੇਸ਼ਾਂ ਅਨੁਸਾਰ ਕੀਤਾ ਹੋਣ ਕਰਕੇ ਸ਼ੁਭ ਮੰਨਿਆ ਜਾਂਦਾ ਸੀ। ਕਿਸਾਨ ਅਤੇ ਮਜ਼ਦੂਰ ਅਕਸਰ ਅੰਧ ਵਿਸ਼ਵਾਸੀ ਹੁੰਦੇ ਹਨ। ਇਹਨਾਂ ਭੋਲੇ ਭਾਲੇ ਲੋਕਾਂ ਦੀਆਂ ਅਗਿਆਨਤਾ ਦਾ ਲਾਭ ਉਠਾਉਣਾ ਅਤੇ ਇਹਨਾਂ ਨੂੰ ਕੁਰਾਹੇ ਪਾਉਣਾ ਕਈਆਂ ਨੇ ਆਪਣਾ ਧੰਦਾ ਬਣਾ ਲਿਆ ਹੈ। ਚਲਾਕ ਲੋਕਾਂ ਵੱਲੋਂ ਉੱਡਣ, ਪਾਣੀ 'ਤੇ ਤੁਰਨ, ਅੱਗ 'ਤੇ ਚੱਲਣ, ਲੋਪ ਹੋ ਜਾਣ, ਦੂਜੇ ਨੂੰ ਵੱਸ ਵਿੱਚ ਕਰਨ ਆਦਿ ਦੀਆਂ ਸ਼ਕਤੀਆਂ ਦਾ ਭਰਮ ਉਪਜਾ ਕੇ ਅਨੇਕਾਂ ਪ੍ਰਕਾਰ ਦੇ ਕੁਕਰਮ ਕੀਤੇ ਜਾ ਰਹੇ ਹਨ ਅਤੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਗਈਆਂ ਹਨ। ਕਿਸੇ ਇਸਤਰੀ ਦਾ ਬੱਚਾ ਨਾ ਹੋਣ ਦੀ ਸੂਰਤ ਵਿੱਚ ਕਿਸੇ ਅਜਿਹੇ ਪਖੰਡੀ ਦੇ ਕਹਿਣ ਉੱਤੇ ਕਿਸੇ ਦਾ ਪਹਿਲਾ ਬੱਚਾ ਮਾਰ ਕੇ ਉਸਦੇ ਲਹੂ ਨਾਲ ਨਹਾਉਣ ਅਤੇ ਆਪਣੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਕਿਸੇ
ਬੱਚੇ ਦੀ ਬਲੀ ਦੇਣ ਅਤੇ ਕਿਸੇ ਨੂੰ ਕੁਝ ਖੁਆ ਕੇ ਮਾਰ ਦੇਣ ਦੀਆਂ ਅਨੇਕਾਂ ਘਟਨਾਵਾਂ ਹਰ ਸਮਾਜ ਵਿੱਚ ਵਾਪਰ ਚੁੱਕੀਆਂ ਹਨ ਅਤੇ ਅੱਜ ਵੀ ਵਾਪਰ ਰਹੀਆਂ ਹਨ। ਜੁਰਮਾਂ ਦੀ ਇਸ ਦੁਨੀਆ ਵਿੱਚ ਜ਼ਹਿਰ ਅਤੇ ਵਿਸ਼ੇਸ਼ ਕਰਕੇ ਪਾਰੇ ਦੀ ਖੁੱਲ੍ਹੀ ਵਰਤੋਂ ਹੁੰਦੀ ਜਾ ਰਹੀ ਹੈ। ਕਈ ਇਹ ਮਤ ਦਿੰਦੇ ਰਹੇ ਹਨ ਕਿ ਚੀਚੀ ਉਂਗਲ ਦਾ ਨਹੁੰ, ਬਾਂਦਰ ਦੇ ਵਾਲ, ਮਨੁੱਖ ਦੀ ਹੱਡੀ, ਕਿਸੇ ਮਰੇ ਬੰਦੇ ਦੇ ਕੱਪੜੇ ਆਦਿ ਉੱਤੇ ਵਿਸ਼ੇਸ਼ ਮੰਤਰ ਪੜ੍ਹ ਕੇ ਦੱਬੇ ਜਾਣ ਉਪਰੰਤ ਉਸ ਉੱਤੋਂ ਲੰਘਣ ਵਾਲੇ ਦੀ ਮੌਤ ਹੋ ਜਾਵੇਗੀ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਤੋਂ ਛੁਟਕਾਰਾ ਪਾਉਣ ਲਈ ਉਸ ਦਾ ਨਾਂ ਲੈ ਕੇ ਧਾਰਮਿਕ ਪੁਸਤਕ ਨੂੰ ਪੁੱਠੇ ਪਾਸਿਓਂ ਪੜ੍ਹਨ ਨਾਲ ਉਦੇਸ਼ ਸਿੱਧ ਹੋ ਜਾਂਦਾ ਹੈ। ਕਈ ਥਾਈਂ ਇਹ ਪਖੰਡੀ ਰੋਗੀ ਇਸਤਰੀਆਂ ਨਾਲ ਇਹ ਕਹਿ ਕੇ ਬਲਾਤਕਾਰੀ ਸੰਭੋਗ ਕਰਦੇ ਹਨ ਕਿ ਇਹ ਬਲਾਤਕਾਰ ਉਸ ਨਾਲ ਨਹੀਂ ਸਗੋਂ ਉਸ ਦੇ ਅੰਦਰ ਬੈਠੀ ਡੈਣ ਨਾਲ ਕੀਤਾ ਜਾ ਰਿਹਾ ਹੈ। ਜਦੋਂ ਮਰੀਜ਼ ਇਸਤਰੀ ਠੀਕ ਨਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਸ ਦੀ ਅੰਦਰਲੀ ਡੈਣ ਵੱਡੀ ਸ਼ਕਤੀ ਵਾਲੀ ਹੈ, ਸੋ ਉਸ ਨੂੰ ਸੋਧਣ ਲਈ ਵਧੇਰੇ ਸਿਉਣਾ ਚਾਂਦੀ, ਵਧੇਰੇ ਦਾਨ ਅਤੇ ਵਧੇਰੇ ਸਮੱਗਰੀ ਦੀ ਲੋੜ ਪਵੇਗੀ। ਅਜਿਹਾ ਕਰਦਿਆਂ ਇਹ ਦੰਭੀ ਵਿਅਕਤੀ ਅਸੰਭਵ ਜਿਹੀਆਂ ਸ਼ਰਤਾਂ ਲਾ ਦਿੰਦੇ ਹਨ ਅਤੇ ਆਪਣੀ ਅਸਫਲਤਾ ਵਿੱਚ ਕਹਿ ਕੇ ਛੁਪਾਉਂਦੇ ਹਨ ਕਿ ਦੱਸਿਆ ਸੰਜਮ ਭੰਗ ਕੀਤਾ ਗਿਆ ਹੈ। ਕਈਆਂ ਨੇ ਭੂਤ ਪ੍ਰੇਤਾਂ ਕੱਢਣ ਦਾ ਕੰਮ ਆਪਣੇ ਘਰਾਂ ਵਿੱਚ ਹੀ ਆਰੰਭ ਕਰ ਲਿਆ ਹੈ ਅਤੇ ਇਹਨਾਂ ਦੀ ਮਾਨਤਾ ਫੈਲਾਉਣ ਲਈ ਇਹਨਾਂ ਵਰਗੇ ਹੀ ਕਈ ਭਾਈਵਾਲ ਅਤੇ ਜੋਟੀਦਾਰ ਪੈਦਾ ਹੋ ਰਹੇ ਹਨ। ਅਜਿਹੇ ਲੋਕ ਅਕਸਰ ਚਲਾਕ ਅਤੇ ਫੁਰਤੀਲੇ ਹੁੰਦੇ ਹਨ ਅਤੇ ਲੋਕਾਂ ਨੂੰ ਲੁੱਟਣ ਦੇ ਪੱਖੋਂ ਇਹ ਨਿੱਤ ਨਵੀਆਂ ਕਾਢਾਂ ਕਰਦੇ ਹਨ। ਭਾਰਤ ਵਿੱਚ ਸਿੱਧ ਅਤੇ ਤੰਤਰ ਵਾਂਗ ਕਈ ਨਵੇਂ ਮਤ ਅਜਿਹੀਆਂ ਸ਼ਕਤੀਆਂ ਨੂੰ ਪ੍ਰਚਾਰਨ ਦਾ ਕਾਰਜ ਕਰ ਰਹੇ ਹਨ। ਪੁਰਾਣੇ ਸਮਿਆਂ ਵਿੱਚ ਸਾਡੇ ਦੇਸ਼ ਵਿੱਚ ਛਿੱਤਰ ਚਲਾਉਣ ਅਤੇ ਰਾਤ ਨੂੰ ਮਸ਼ਾਲ ਬਾਲਣ ਦੀ ਆਗਿਆ ਜਾਂ ਰਾਜਿਆਂ ਮਹਾਰਾਜਿਆਂ ਨੂੰ ਸੀ, ਜਾਂ ਇਹਨਾਂ ਸਿੱਧਾਂ ਨੂੰ ਛਿੱਤਰਾਂ ਦੀ ਗਿਣਤੀ ਸ਼ਕਤੀ ਅਨੁਸਾਰ ਘੱਟ ਵੱਧ ਹੁੰਦੀ ਸੀ। ਰਾਜੇ ਮਹਾਰਾਜੇ ਵੀ ਇਹਨਾਂ ਸਿੱਧਾਂ, ਸੰਤਾਂ ਅਤੇ ਤੰਤਰੀਆਂ ਤੋਂ ਡਰਦੇ ਸਨ। ਇਹ ਸਿੱਧ ਆਪਣੇ ਵਿਚਾਰ ਲਈ ਬਹਿਸ ਦੇ ਅਖਾੜੇ ਲਾਉਂਦੇ ਰਹੇ ਹਨ। ਆਪਣੇ ਵਿਰੋਧੀਆਂ ਦਾ ਸਫਾਇਆ ਕਰਨ ਲਈ ਇਹ ਹਰ ਢੰਗ ਤਰੀਕਾ ਵਰਤਦੇ ਰਹੇ ਹਨ। ਵਿਗਿਆਨ ਨੇ ਬਿਜਲੀ ਅਤੇ ਸੰਚਾਰ ਸਾਧਨਾਂ ਨਾਲ ਦੂਰ ਦਰਾਡੀਆਂ ਥਾਵਾਂ 'ਤੇ ਚਾਨਣਾ ਕਰਕੇ ਅਤੇ ਸੂਚਨਾ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਭੂਤਾਂ ਡੈਣਾਂ ਦਾ ਡਰ ਦੂਰ ਕੀਤਾ ਹੈ, ਪਰ ਇਸ ਖੇਤਰ ਵਿੱਚ ਅਜੇ ਬਹੁਤਾ ਕੁਝ ਕਰਨਾ ਬਾਕੀ ਹੈ। ਵਿੱਦਿਆ ਦਾ ਪ੍ਰਸਾਰ, ਤਰਕਸ਼ੀਲ ਸੋਚ, ਅੰਤਮ ਵਿਸ਼ਵਾਸ ਆਦਿ ਨਾਲ ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਣ ਦੀ ਲੋੜ ਤਾਂ ਹੀ ਹੈ। ਸਮਾਜ ਨੂੰ ਚੁੰਬੜੇ ਹੋਏ ਪਖੰਡੀ ਫਿਰਤੀ ਵਾਲੇ ਇਹਨਾਂ ਭੂਤਾਂ ਪ੍ਰੇਤਾਂ ਅਤੇ ਡੈਣਾਂ ਚੁੜੇਲਾਂ ਨੂੰ ਪਛਾਣਨ, ਸਜ਼ਾ ਦੇਣ ਅਤੇ ਬੇਨਕਾਬ ਕਰਨ ਦੇ ਸਹਿਜ ਦੀ ਵੀ ਲੋੜ ਹੈ। ਧੰਨਵਾਦ।